डिविडेंड बेटे ਜਿਹੜੀ ਆਪਾਂ ਨੈਕਸਟ ਹੁਣ ਟੌਪਿਕ ਕਵਰ ਕਰਨ ਜਾ ਰਹੇ ਹਾਂ। ਪਹਿਲੀ ਵੀਡੀਓ 'ਚ ਆਪਾਂ ਜਨਰਲ ਇਨਕਮ ਕੀਤਾ ਸੀ, ਹੁਣ ਆਪਾਂ ਕਰਾਂਗੇ ਸਪੈਸੀਫਿਕ ਇਨਕਮ ਫਰਮ ਅਦਰ ਸੋਰਸਸ ਐਟ ਦੇ ਐਂਡ। ਸਪੈਸੀਫਿਕ ਇਨਕਮ 'ਚ ਕਿਹੜਾ ਹੁੰਦਾ ਵਾ? ਸਪੈਸੀਫਿਕ ਇਨਕਮ ਸਭ ਤੋਂ ਪਹਿਲੇ ਆਉਂਦੀ ਹੈ ਜੀ ਡਿਵੀਡੈਂਡ। ਇਹਨੂੰ ਜ਼ਿਆਦਾ ਐਕਸਪਲੇਨ ਕਰਨ ਦੀ ਲੋੜ ਨਹੀਂ। ਡਿਵੀਡੈਂਡ ਹੁੰਦਾ ਵਾ ਕੋਈ ਵੀ ਇੰਡੀਅਨ ਕੰਪਨੀ ਜਿਹਦੇ ਤੁਸੀਂ ਸ਼ੇਅਰਸ ਖਰੀਦੇ ਹੋਏ ਨੇ, ਉਹ ਜਿਹੜਾ ਤੁਹਾਨੂੰ ਡਿਵੀਡੈਂਡ ਪ੍ਰੋਵਾਈਡ ਕਰਦੀ ਆ ਜਾਂ ਫਿਰ ਸ਼ੇਅਰਸ ਦੇ ਉੱਤੇ ਪੈਸਾ ਲਗਾਉਣ ਦੇ ਉੱਤੇ ਜਿਹੜਾ ਤੁਹਾਨੂੰ ਇੱਕ ਤਰ੍ਹਾਂ ਦਾ ਪ੍ਰੋਫਿਟ ਸ਼ੇਅਰ ਕੀਤਾ ਜਾਂਦਾ ਵਾ, ਉਹਨੂੰ ਡਿਵੀਡੈਂਡ ਕਿਹਾ ਜਾਂਦਾ। ਤੇ ਇਹ ਜਿਹੜਾ ਡਿਵੀਡੈਂਡ ਆ ਪਹਿਲਾਂ ਟੈਕਸੇਬਲ ਨਹੀਂ ਹੁੰਦਾ ਸੀਗਾ, ਲੇਕਿਨ ਪਿਛਲੇ 2 ਸਾਲਾਂ ਤੋਂ ਇਹ ਟੈਕਸੇਬਲ ਹੈ। ਸੋ ਇਹ ਤੁਹਾਡੀ ਸਪੈਸੀਫਿਕ ਇਨਕਮ, ਠੀਕ ਹੈ। ਉਸ ਤੋਂ ਬਾਅਦ ਆ ਜਾਂਦਾ ਜੀ ਨੈਕਸਟ ਪੁਆਇੰਟ, ਜਿਹੜਾ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਪ੍ਰੈਕਟੀਕਲ ਪੁਆਇੰਟ ਆਫ ਵੀ ਨਹੀਂ, ਵਿਨਿੰਗਸ। ਇਹਨੂੰ ਕੈਜੂਅਲ ਇਨਕਮ ਵੀ ਕਿਹਾ ਜਾਂਦਾ ਬੇਟੇ। ਇਹ ਜਿਹੜੀ ਵਿਨਿੰਗ ਆ, ਇਹ ਵਿਨਿੰਗ ਫਰੋਮ ਲੋਟਰੀਜ਼ ਵੀ ਹੋ ਸਕਦੀ ਹੈ, ਵਿਨਿੰਗ ਫਰੋਮ ਕ੍ਰਾਸਵਰਡਸ ਵੀ ਹੋ ਸਕਦੀ ਹੈ, विनिंग फ्रॉम हॉर्स रेसेस भी हो सकती हैं, विनिंग फ्रॉम गेम्स, कार्ड गेम्स, रियलिटी शो, ਇਹਦੇ ਚੋਂ ਕਿਸੇ ਚੋਂ ਵੀ ਵਿਨਿੰਗਸ ਤੁਹਾਡੀ ਹੋ ਸਕਦੀ। ਇੱਕ ਗੱਲ ਯਾਦ ਰੱਖਿਓ, ਜਦੋਂ ਤੁਸੀਂ ਇਹਨਾਂ 'ਚ ਪੈਸਾ ਜਿੱਤਦੇ ਹੋ ਤਾਂ 30% TDS ਕੱਟ ਕੇ ਤੁਹਾਨੂੰ ਅਮਾਉਂਟ ਮਿਲਦਾ ਬੇਟੇ, ਯਾਦ ਰੱਖਿਓ। ਤੇ ਅਗਰ ਤੁਹਾਡਾ ਜਿਹੜਾ ਪ੍ਰਾਈਜ਼ ਆ ਜਿਹੜਾ ਤੁਸੀਂ ਜਿੱਤੇ ਹੋ ਉਹ ਹੈਗਾ 10,000 ਜਾਂ ਇਸ ਤੋਂ ਘੱਟ, ਦੈਨ ਨੋ TDS, ਫਿਰ 30% TDS ਨਹੀਂ ਕੱਟੇਗਾ। ਪੁਆਇੰਟ ਕਲੀਅਰ ਹੈ ਬੇਟੇ? ਠੀਕ ਹੈ। ਹਾਂਜੀ ਗੁਰਜੋਤ ਕਰਨ ਜੀ ਕਲੀਅਰ? ਸਰ ਇਹਦੇ ਨਾ ਅੱਗੇ ਐਕਸਪਲੇਨ ਕੀਤੇ ਹੋਇਆ ਉਹ ਅੱਗੇ ਸਿੰਗਲ ਲਾਈਨ ਦੇ ਅੱਗੇ ਪੇਜ ਤੇ ਨਾ 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 ਰਾਜੇ, ਬਹੁਤ ਵੱਡਾ ਕੁਐਸਚਨ ਹੈ ਨਾ। ਸਿੰਗਲ ਕਿੰਨਾ ਐਕਸਪਲੇਨ मतलब ਸਮਝ ਨਹੀਂ ਆ। ਅੱਗੇ ਪੇਜ ਖੋਲੋ ਸਰ, ਉੱਥੇ ਐਕਸਪਲੇਨ ਕੀਤੇ ਹੋਏ। ਨਾ ਨਾ ਆਪਾਂ ਨਹੀਂ ਕਰਨਾ, ਬਿਲਕੁਲ ਇੰਨਾ ਕੀ ਕਰਨਾ, ਬਸ ਜਿੰਨਾ ਮੈਂ ਕਰਾਂਗਾ ਉਹਨਾਂ ਕੀ ਕਰਨਾ, ਠੀਕ ਹੈ। ਨੈਕਸਟ ਹੈਗਾ ਬੇਟੇ ਇੰਟਰਸਟ ਔਨ ਸਿਕਿਉਰਿਟੀ, ਇੰਟਰਸਟ ਔਨ ਸਿਕਿਉਰਿਟੀਜ਼। ਬੇਟੇ ਇੰਟਰਸਟ ਔਨ ਸਿਕਿਉਰਿਟੀਜ਼ ਦਾ ਮਤਲਬ ਹੁੰਦਾ ਵਾ ਜਿਹੜੀਆਂ ਚਾਹੇ ਕਿਸੇ ਕੰਪਨੀ ਨੇ ਇਸ਼ੂ ਕੀਤੀਆਂ ਹੋਣ, ਚਾਹੇ ਸੈਂਟਰਲ ਗਵਰਨਮੈਂਟ ਨੇ ਇਸ਼ੂ ਕੀਤੀਆਂ ਹੋਣ, ਚਾਹੇ ਸਟੇਟ ਗਵਰਨਮੈਂਟ ਨੇ ਇਸ਼ੂ ਕੀਤੀਆਂ ਹੋਣ, ਆ ਸਿਕਿਉਰਿਟੀਜ਼। ਸਿਕਿਉਰਿਟੀ ਮੀਨਸ ਜਦੋਂ ਤੁਸੀਂ ਕੋਈ ਵੀ ਜਿੱਦਾਂ ਕਹਿ ਸਕਦੇ ਹੋ, ਸਿਕਿਉਰਿਟੀ ਦਾ ਅਗਰ ਮੈਂ ਮੀਨਿੰਗ ਦੀ ਗੱਲ ਕਰਾਂ, ਮਤਲਬ ਤੁਸੀਂ ਕੋਈ ਵੀ ਕਿਸੇ ਕੰਪਨੀ ਦੇ ਬੌਂਡ, ਡਿਬੈਂਚਰ, ਲੋਨ ਜਦੋਂ ਖਰੀਦ ਲੈਣੇ, ਮਤਲਬ ਤੁਹਾਡੇ ਤੋਂ ਪੈਸੇ ਲੈਣੇ, ਐਂਡ ਯੂ ਵਿਲ ਗੈਟ ਇੰਟਰਸਟ ਓਵਰ ਇਟ, ਠੀਕ ਹੈ ਨਾ। ਸਿਕਿਉਰਿਟੀਜ਼ ਵੀ ਅੱਗੇ 3 ਤਰ੍ਹਾਂ ਦੀਆਂ ਹੁੰਦੀਆਂ ਨੇ ਰਾਜੇ, ਆਪਾਂ ਜ਼ਿਆਦਾ ਐਕਸਪਲੇਨ ਨਹੀਂ ਕਰਨਾ ਕਿਉਂਕਿ ਵੀ ਹੈਵ ਮੈਨੀ ਥਿੰਗਸ ਟੂ ਐਕਸਪਲੇਨ, ਲੇਕਿਨ ਥੋੜਾ ਜਿਹਾ ਦੱਸ ਦੇਣਾ। ਇੱਕ ਹੁੰਦੀਆਂ ਨੇ ਐਗਜ਼ੈਂਪਟਡ, ਠੀਕ ਹੈ ਨਾ, ਇੱਕ ਹੁੰਦੀਆਂ ਨੇ ਟੈਕਸ ਫ੍ਰੀ, ਇੱਕ ਹੁੰਦੀਆਂ ਨੇ ਲੈਸ ਟੈਕਸ। ਮੈਂ ਥੋੜਾ ਜਿਹਾ ਸਮਝਾ ਦੂੰਗਾ। ਐਗਜ਼ੈਂਪਟਡ ਸਿਕਿਉਰਿਟੀਜ਼ ਜਿਹੜੀਆਂ ਮਾਫ ਨੇ, ਮਤਲਬ ਜਿਨ੍ਹਾਂ ਦੇ TDS ਨਹੀਂ ਕੱਟਿਆ ਜਾਂਦਾ, ਜਿਨ ਤੇ ਟੈਕਸ ਨਹੀਂ ਲੱਗਦਾ, ਜਿੱਦਾਂ ਫੋਰ ਐਗਜ਼ਾਮਪਲ ਨੈਸ਼ਨਲ ਪਲਾਨ ਸਰਟੀਫਿਕੇਟ, ਨੈਸ਼ਨਲ ਡਿਫੈਂਸ ਬੌਂਡਸ, ਸਪੈਸ਼ਲ ਬੀਅਰਰ ਬੌਂਡਸ, ਗੋਲਡ ਬੌਂਡਸ, ਇਹਨਾਂ ਦੇ ਟੈਕਸ ਵਗੈਰਾ ਨਹੀਂ ਲੱਗਦਾ, ਠੀਕ ਹੈ ਨਾ। ਠੀਕ ਹੈ, ਕਲੀਅਰ ਹੈ ਭਾਈ? ਇਹ ਐਗਜ਼ਾਮਪਟ ਹੁੰਦੀਆਂ ਨੇ। ਉਸ ਤੋਂ ਬਾਅਦ ਹੁੰਦੀਆਂ ਨੇ ਜੀ ਟੈਕਸ ਫ੍ਰੀ ਸਿਕਿਉਰਿਟੀਜ਼। ਟੈਕਸ ਫ੍ਰੀ ਸਿਕਿਉਰਿਟੀਜ਼ ਦਾ ਮਤਲਬ ਇਹ ਹੁੰਦਾ ਵਾ ਕਿ ਇੱਥੇ ਆਲਰੇਡੀ ਟੈਕਸ ਕੱਟ ਕੇ ਹੀ ਤੁਹਾਡਾ ਪ੍ਰਿੰਸੀਪਲ ਅਮਾਉਂਟ ਬਣਾਇਆ ਹੁੰਦਾ। ਹੁਣ ਜੇ ਲੱਖ ਰੁਪਏ ਦੀਆਂ ਸਿਕਿਉਰਿਟੀਜ਼ ਨੇ, 10% TDS ਕੱਟ ਕੇ ਉਹਨਾਂ ਨੇ ਸਿਕਿਉਰਿਟੀਜ਼ ਹੀ ਤੁਹਾਨੂੰ 90,000 ਦੀਆਂ ਦੱਸਣੀਆਂ ਨੇ
ਕਿ ਆਲਰੇਡੀ ਵਿੱਚ ਐਡਜਸਟਮੈਂਟ ਕੀਤੀ ਹੁੰਦੀ ਹੈ। ਪੁਆਇੰਟ ਫੋਲੋ ਕੀਤਾ। ਇਹਦੇ ਚ ਜਿਹੜਾ ਤੁਹਾਡਾ ਪ੍ਰਿੰਸੀਪਲ ਅਮਾਉਂਟ ਆ ਸਿਕਿਉਰਿਟੀਜ਼ ਦਾ ਉਹੀ ਤੁਹਾਨੂੰ ਟੈਕਸ ਫ੍ਰੀ ਦੱਸਿਆ ਹੁੰਦਾ ਕਿ ਤੁਹਾਨੂੰ ਕਿੰਨਾ, ਮਤਲਬ ਪਹਿਲੇ ਹੀ ਉਹ ਕਹਿ ਦਿੰਦੇ ਆ ਭਾਵੇਂ ਤੁਹਾਡੀ ਵੈਲਿਊ ਸਿਕਿਉਰਿਟੀਜ਼ ਦੀ ਲੱਖ ਰੁਪਏ ਆ ਲੇਕਿਨ ਤੁਸੀਂ ਉਹਨੂੰ 90000 ਹੀ ਮੰਨੋ। 90000 ਤੇ 10% ਤੁਹਾਨੂੰ 9000 ਮਿਲੂਗਾ। ਹੁਣ ਉਹਨਾਂ ਨੇ ਕਿਹਾ ਵੀ ਕੁਝ ਨਹੀਂ ਤੇ ਤੁਹਾਡਾ 1000 ਰੁਪਏ TDS ਕੱਟ ਵੀ ਲਿਆ ਹਰੇਕ 10000 ਪਿੱਛੇ। ਸਮਝ ਗਏ ਮੇਰੀ ਗੱਲ? ਸੋ ਇਹ ਹੁੰਦੀਆਂ ਨੇ ਟੈਕਸ ਫ੍ਰੀ ਸਿਕਿਉਰਿਟੀਜ਼। ਇੱਕ ਹੁੰਦੀਆਂ ਨੇ ਜੀ ਲੈਸ ਟੈਕਸ ਸਿਕਿਉਰਿਟੀ। ਇਹਦੇ ਵਿੱਚ ਕੀ ਹੁੰਦਾ ਵਾ ਕਿ ਜਦੋਂ ਤੁਸੀਂ ਆਪਣਾ TDS ਖੁਦ ਜਮ੍ਹਾਂ ਕਰਾਉਂਦੇ ਹੋ, ਹੁਣ ਉਹਨਾਂ ਨੇ ਲੱਖ ਰੁਪਏ ਤੇ 10%, ਮਤਲਬ ਇਹਦੇ ਚ ਤੁਹਾਨੂੰ ਟੈਕਸ ਫ੍ਰੀ ਸਿਕਿਉਰਿਟੀਜ਼ ਨਹੀਂ ਹੁੰਦਾ। ਪਤਾ ਵਾ ਤੁਹਾਨੂੰ ਲੱਖ ਰੁਪਏ ਦੀਆਂ ਸਿਕਿਉਰਿਟੀਜ਼ ਆ, ਉਹ ਤੇ 10% ਵਿਆਜ ਆ। ਫੋਰ ਐਗਜ਼ਾਮਪਲ 10000 ਦਾ ਵਿਆਜ ਮਿਲਣਾ, 1 ਲੱਖ ਤੇ 10% ਇੰਟਰਸਟ 10000 ਦਾ ਵਿਆਜ ਮਿਲਣਾ, ਉਹ ਚੋਂ 10% TDS ਕੱਟ ਕੇ ਤੁਹਾਨੂੰ 9000 ਮਿਲੂਗਾ। ਪਹਿਲਾਂ ਉਹਨਾਂ ਨੇ ਉਹਨੂੰ 90000 ਕਰਤਾ। ਆਈ ਐਮ ਰਿਪੀਟਿੰਗ ਵਾਂਸ ਅਗੇਨ, ਇਹਦੇ ਵਿੱਚ ਉਹ ਲੱਖ ਰੁਪਏ ਆ ਤੁਹਾਨੂੰ ਦੱਸਣਗੇ, ਉੱਤੇ 10000 ਤੁਹਾਨੂੰ ਵਿਆਜ ਦੇਣਗੇ, ਉਹ ਚੋਂ 1000 ਰੁਪਏ ਕੱਟਣਗੇ, ਇਹਦੇ ਚ ਸਿੱਧਾ ਤੁਹਾਨੂੰ 9000 ਦੇਣਗੇ। 90000 ਤੇ 10%। ਪਰ ਐਕਚੁਅਲ ਚ ਤੁਹਾਡੀ ਸਿਕਿਉਰਿਟੀ ਕਿੰਨੀਆਂ ਨੇ? ਲੱਖ ਰੁਪਏ ਦੀਆਂ ਦੋਨੋਂ ਕੇਸ। ਲੇਕਿਨ ਇਹਦੇ ਚ ਉਹ ਸ਼ੁਰੂ ਤੋਂ ਤੁਹਾਨੂੰ ਇਹ ਕਹਿਣਗੇ ਕਿ 90000 ਦੀਆਂ ਸਿਕਿਉਰਿਟੀਜ਼। ਠੀਕ ਹੈ ਨਾ? ਆਫਟਰ TDS ਤੁਹਾਡੇ ਸਿਕਿਉਰਿਟੀਜ਼ ਦੀ ਕਮਿਟਮੈਂਟ ਹੁੰਦੀ ਹੈ। ਸਮਝ ਆ ਗਿਆ? ਉਹ ਪਹਿਲੇ ਐਡਜਸਟ ਹੋਇਆ। ਕਲੀਅਰ ਹੋਇਆ ਕਿ ਨਹੀਂ? ਨਹੀਂ ਤਾਂ ਦੁਬਾਰਾ ਦੱਸਾਂ ਵਿਦ ਐਗਜ਼ਾਮਪਲ। ਇਜ਼ ਇਟ ਕਲੀਅਰ ਟੂ ਆਲ ਆਫ ਯੂ? ਉਸ ਤੋਂ ਬਾਅਦ ਜਿਹੜਾ ਮੇਨ ਟੌਪਿਕ ਆ ਗਿਫਟ। ਗਿਫਟ ਦੋ ਤਰ੍ਹਾਂ ਦੇ ਹੁੰਦੇ ਨੇ ਜੀ, ਮੋਨੇਟਰੀ ਤੇ ਨਾਨ ਮੋਨੇਟਰੀ। ਇਹ ਵੀ ਅੱਗੇ ਦੋ ਤਰ੍ਹਾਂ ਦੇ ਹੁੰਦੇ ਨੇ ਜੀ, ਇਮੂਵੇਬਲ ਅਦਰ ਦੈਨ ਇਮੂਵੇਬਲ। ठीक है? करावांगे और गिफ्ट में एक्सप्लेन कर। मोनेटरी देखो जी, फ्रॉम रिलेटिव इट इज एग्जम्प्टेड 100%। माफ एट द टाइम ऑफ मैरिज करण जिन्हें मर्जी ले 100% एग्जाम, चाहे बेड लो, अलमारी लो, टीवी लो, जो मर्जी लो, सारे गिफ्ट एग्जाम, जितना मर्जी कैश लो। राइट? नेक्स्ट है एट द टाइम ऑफ मैरिज भी है एग्जाम। ठीक है? थर्ड इज फ्रॉम नॉन रिलेटिव। पहला मैं दसदा कि रिलेटिव की डेफिनेशन की आ जाते हैं। ਤੁਹਾਡਾ ब्रदर, ਤੁਹਾਡੀ सिस्टर, ਤੁਹਾਡੇ मदर, ਤੁਹਾਡੇ फादर, ਤੁਹਾਡੇ मदर ਦੇ ब्रदर सिस्टर, मदर्स ब्रदर सिस्टर, ਤੁਹਾਡੇ फादर ਦੇ ब्रदर सिस्टर, ਤੁਹਾਡੇ ग्रैंड पेरेंट्स। नॉट cousins, cousins नहीं आते ਇਹਦੇ ਵਿੱਚ, it will not be included। ठीक है ना? ਉਹਨਾਂ ਤੋਂ ਨਹੀਂ ਲੈਣਾ। ਚਾਚੇ, ਮਾਮੇ, ਤਾਏ, ਭੂਆ, ਮਾਸੀ, ਸਕੇ blood relation ਤੇ ग्रैंड पेरेंट्स, नाना नानी, दादा दादी, they are your relatives। ਉਹਨਾਂ ਤੋਂ ਜਿੰਨੇ ਮਰਜ਼ੀ ਗਿਫਟ ਲਓ, ਕੋਈ ਚੱਕਰ ਨਹੀਂ। ਮੈਰਿਜ ਦੇ ਟਾਈਮ ਤੇ ਜਿੰਨੇ ਮਰਜ਼ੀ ਗਿਫਟ ਲਓ, ਕੋਈ ਚੱਕਰ ਨਹੀਂ। ਪੈਸਿਆਂ ਦੇ ਨਾਨ ਰਿਲੇਟਿਵ ਤੋਂ ਚੱਕਰ ਅਪ ਟੂ 50000। ਠੀਕ ਹੈ? ਅਪ ਟੂ 50000 ਆ ਜਿਹੜਾ ਤੁਹਾਡਾ ਗਿਫਟ ਅਲਾਉਡ ਆ। ਅਗਰ 50000 ਤੋਂ ਉੱਪਰ ਅਗਲੇ ਨੇ 51000 ਵੀ ਤੁਹਾਨੂੰ ਦੇਤਾ, then 51000 ਦਾ 1000 ਟੋਟਲ ਟੈਕਸੇਬਲ ਹੋਵੇਗਾ। ਇਹ ਨਹੀਂ ਹੈਗਾ ਕਿ 1000 ਹੋਵੇਗਾ, 51000 will be taxable। is it clear to you sir? so ਇਹ ਸੀਗਾ ਮੋਨੇਟਰੀ ਦਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਗਿਫਟ ਆਫ ਪ੍ਰਾਪਰਟੀ। ਗਿਫਟ ਆਫ ਇਮੂਵੇਬਲ ਪ੍ਰਾਪਰਟੀ। ਸੌਰੀ, ਇੱਥੇ ਕਰਾਂ gift of immovable property ਜਿਹੜੀ ਮੂਵ ਨਹੀਂ ਹੋ ਸਕਦੀ, ਜਸਟ ਲਾਈਕ ਸਾਡਾ ਘਰ ਵਗੈਰਾ। ਠੀਕ ਹੈ? ਇਹਦੇ ਵਿੱਚ ਵੀ ਤਿੰਨ ਪਾਰਟ ਆ ਬੇਟੇ।
देखो 50,000 तक है एग्जाम अप टू 50,000 एग्जाम, ठीक है। आफ्टर 50,000 above 50,000 आ रूलिंग फॉलो होती है। 50,000 तक इट इज एग्जाम्प्टेड, आफ्टर 50,000 ए रूलिंग फॉलो होती है। पहला विदाउट कंसिडरेशन, अगर बिना पैसिਆਂ ਤੋਂ गिफ्ट प्रॉपर्टी मिली है विदाउट कंसिडरेशन द फुल स्टैंप ड्यूटी मतलब सरकारी रेट वैल्यू विद एडिक्वेट कंसिडरेशन मतलब पूरे पैसे ले जाते, नथिंग इज टैक्सेबल, नील, जीरो, क्योंकि पैसे ही ले रहे फिर गिफ्ट का तो रह गया। विद इनएडिक्वेट कंसिडरेशन मतलब ਇਹਦੇ ਵਿੱਚ ਪੈਸੇ ਤਾਂ ਲਏ ਪਰ ਪੂਰੇ ਨਹੀਂ ਲਏ। ਇਹਦੇ ਵਿੱਚ ਸਟੈਂਪ ਡਿਊਟੀ ਵੈਲਿਊ ਮਾਈਨਸ consideration, rest of the amount is taxable, rest amount is taxable। समझ आ गया कि नहीं? inadequate मतलब मैं 10 लाख की चीज थानू 2 लाख देती ਤਾਂ मेरा 8 लाख ਦਾ ਗਿਫਟ ਹੋ ਗਿਆ ਤਾਂ ਉਹ ਟੈਕਸੇਬਲ ਹੋਊਗਾ। ਪਹਿਲੇ ਵਾਲੇ ਚ ਮੈਂ 10 ਲੱਖ ਦਾ 10 ਲੱਖ ਗਿਫਟ ਦੇਤਾ ਵਿਦਆਊਟ ਕੰਸੀਡरेशन ਤਾਂ ਉਹ ਚ ਪੂਰਾ ਟੈਕਸੇਬਲ ਹੋ ਜਾਏਗਾ गिफ्ट है ना। अगले वाले च मैं 10 लाख के बदले 10 लाख लिया तो कुछ टैक्सेबल नहीं, नील। पहले च सारा दूजे च पहले च सारा टैक्सेबल दूजे च सारा खत्म, तीजे दे विच जिन्ना गिफ्ट। समझ आ गई गल कि नहीं? कंसीडरेशन नहीं टैक्सेबल। हां क्योंकि यार जे मैं तुहानू चीज बेची है फिर थोड़ी ना गिफ्ट आ। आई एम हियर टॉकिंग अबाउट गिफ्ट। इज इट क्लियर टू यू? कंसीडरेशन में टैक्सेबल नहीं क्यों होगा? ਜੇ ਮੈਂ ਤੁਹਾਨੂੰ 10 ਲੱਖ ਰੁਪਏ ਦੀ ਚੀਜ਼ ਦਿੱਤੀ 10 ਲੱਖ ਰੁਪਏ ਤੁਹਾਡੇ ਤੋਂ ਲੈ ਲਿਆ then where is gift? ਜਿਹੜੀ ਵੇਚੀ ਉਹਦੇ ਤੇ GST ਨਹੀਂ ਲੱਗ ਜਾਣਾ ਚੀਜ਼ਾਂ ਦੇ ਨੋ ਇਕੱਠੇ ਹੀ हेलो गिफ्टिंग ਈਵਨਿੰਗ ਕੋਈ ਵੀ ਨਹੀਂ ਪਤਾ ਉਹ ਸਾਰਿਆਂ ਦਾ ਮੇਰਾ ਆਪਣਾ गिफ्ट ऑफ एसेट अदर देन इमूवेबल मतलब मूवेबल। ਇਹਦੇ ਚ ਪਹਿਲਾਂ ਦੇਖ ਲਓ ਗਿਫਟ ਕਿਹੜੇ ਕਿਹੜੇ ਮਤਲਬ ਕਿਹੜੇ ਕਿਹੜੇ ਐਸੈਟਸ ਮੰਨੇ ਜਾਂਦੇ ਨੇ ਇਹਦੇ ਚ। ਇਹਦੇ ਚ ਆਉਂਦੇ ਨੇ ਜੀ ਸ਼ੇਅਰਸ, ज्वेलरी, आर्कियोलॉजिकल कलेक्शंस मतलब एंटीक, ड्राइंग्स, पेंटिंग्स, स्कल्पचर्स, ये सारे होंगे ने जी। बुलियन, एनी आर्ट ऑफ वर्क। प्लीज लिसन टू मी। ये सारियां जी मूवेबल एसेट होंगे ने। इन्हां च की है सुन लो। देखो जी फ्रॉम रिलेटिव ये भी सारे माफ ने जी। चाहे प्रॉपर्टी आई एम रिपीटिंग वंस अगेन, चाहे पैसे का गिफ्ट आ चाहे प्रॉपर्टी का गिफ्ट आ, रिलेटिव सारा माफ आ। मम्मी ਤੁਹਾਨੂੰ ਤੁਹਾਡੀ प्रॉपर्टी दे सकते हैं, फादर दे सकते हैं, मम्मी डैडी दादा दादी जो मर्जी दे जाण लीगल हायर ਨੂੰ। बट आई एम सेइंग नॉन रिलेटिव तो आ ਇਹ ਚੀਜ਼। ਹੁਣ ਇਹਦੇ ਚ ਕੀ ਆ ਉਹਦੇ ਚ ਆਪਾਂ ਸਟੈਂਪ ਡਿਊਟੀ ਲੈਂਦੇ ਸੀ ਨਾ, ਇਹਦੇ ਚ ਵੀ ਤਿੰਨ ਚੀਜ਼ਾਂ ਨੇ ਵਿਦ ਕੰਸੀਡਰੇਸ਼ਨ, adequate consideration, without consideration, with inadequate consideration। So with adequate consideration, without inadequate, ਇਹਦੇ ਚ ਕੀ ਹੁੰਦਾ ਜੀ
देखो जी जेडी विद कंसीडरेशन आ ਇਹ ਤਾਂ ਨੀਲ ਕੋਈ ਗਿਫਟ ਨਹੀਂ ਸਾਰਾ ਮਾਫ ਜਿਹੜਾ ਵਿਦ ਕੰਸੀਡरेशन ਐਡਿਕੁਏਟ ਆ ਆਮ ਸੌਰੀ ਮੈਂ ਕੀ ਲਿਖਿਆ ਇਹ ਸੀਗਾ ਵਿਦ ਕੰਸੀਡरेशन ਇਹ ਲਿਖਣਾ ਸੀ ਮੈਂ ਵਿਦਆਊਟ ਕੰਸੀਡरेशन ਜਿਹੜਾ ਵਿਦ ਕੰਸੀਡरेशन ਆ ਇਹ ਨੀਲ ਆ ਜਦ ਮੈਂ ਪੈਸੇ ਲੈ ਲੇ ਤਾਂ ਗਿਫਟ ਕਾਹਦਾ ਰਹਿ ਗਿਆ ਜਾਂ ਦੇਤੇ ਵਿਦਆਊਟ ਕੰਸੀਡरेशन ਕੀ ਆ ਸਾਰਾ ਹੀ ਫੁੱਲ ਅਮਾਉਂਟ ਫੇਅਰ ਮਾਰਕੀਟ ਵੈਲਿਊ ਫੁੱਲ ਜੋ ਮੇਰੇ ਐਸੈਟ ਦੀ ਫੇਅਰ ਮਾਰਕੀਟ ਵੈਲਿਊ ਹੈ ਸਾਰੀ ਟੈਕਸੇਬਲ ਹੋਗੀ here I am talking about fair market value I am not saying stamp duty value because it is asset other than immovable ਇਹਦੇ ਚ ਕੀ ਆ ਫੇਅਰ ਮਾਰਕੀਟ ਵੈਲਿਊ ਹੋਗੀ ਜੋ ਮੇਰੀ ਐਸੈਟ ਦੀ ਮਾਈਨਸ ਕੰਸੀਡरेशन ਪੇਡ ਜਾਂ ਰਿਸੀਵ ਬਾਕੀ ਅਮਾਉਂਟ ਰੈਸਟ ਅਮਾਉਂਟ will be income from other source ਸਰ ਪ੍ਰੋਪਰਟੀ ਲਈ ਅਪਲਾਈ ਹੁੰਦੀ ਹੈ ਸਟੈਂਪ ਡਿਊਟੀ ਵੈਲਿਊ ਪ੍ਰਾਪਰਟੀ ਲਈ ਹੁੰਦੀ ਹੈ ਜੀ ਅੱਜ ਜਿਹੜੀ ਫੇਅਰ ਮਾਰਕੀਟ ਵੈਲਿਊ ਇਨ੍ਹਾਂ ਐਸੈਟਸ ਵਾਸਤੇ ਹੁੰਦੀ ਹੈ ਸ਼ੇਅਰਸ ਜਵੈਲਰੀ ਐਂਟੀਕਸ ਡਰਾਇੰਗ ਪੇਂਟਿੰਗ ਸਕਲਪਚਰਸ ਬੁਲੀਅਨਸ ਆਰਟ ਆਫ ਵਰਕ ਰਾਈਟ ਬੇਟਾ ਇਜ਼ ਇਟ ਕਲੀਅਰ ਟੂ ਯੂ ਯੈਸ ਚਲੋ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਕੁਝ ਹੋਰ ਸਪੈਸਿਫਿਕ ਇਨਕਮ ਨੇ ਦੋ ਚਾਰ ਹੀ ਰਹਿ ਗਈਆਂ ਨੇ ਧਿਆਨ ਬਣਾਏ ਰੱਖੇं ਲੈਟਿੰਗ ਆਫ ਪਲਾਂਟ ਐਂਡ ਮਸ਼ੀਨਰੀ अगर आप कोई भी अपना एसेट या फर्नीचर लेट आउट कर दिंने ਤਾਂ ਉਹ ਤੋਂ ਜਿਹੜਾ ਰੈਂਟ ਆਂਦਾ it is not from house property that it will covered under the house property so it is the rent that has been obtained from the asset like plant and machinery so that will be covered under the other sources right after that any sum received as scheme and insurance policy sum received ਕੀ ਮੈਨ ਇੰਸ਼ੋਰੈਂਸ ਪਾਲਿਸੀ ਜਿੱਦਾਂ ਫੋਰ ਐਗਜ਼ਾਮਪਲ ਜਿਹੜਾ ਘਰ ਚ ਕਰਤਾ ਤਰਤਾ ਹੁੰਦਾ ਰਾਜੀ ਜਾਂ ਜੁਆਇੰਟ ਲਾਈਫ ਆਪਣਾ ਉਹਦੇ ਚ ਹਿੰਦੂ ਅਨਡਿਵਾਈਡਡ ਫੈਮਿਲੀ ਜਿਹੜਾ ਕਰਤਾ ਹੁੰਦਾ ਅਗਰ ਉਹਦੀ ਡੈਥ ਹੋ ਜਾਂਦੀ ਹੈ ਜਾਂ ਉਹਨੂੰ ਕੁਝ ਅਮਾਉਂਟ ਮਿਲਦਾ ਸੋ ਦੈਟ ਵਿਲ ਬੀ ਕਵਰਡ ਅੰਡਰ ਅਦਰ ਸੋਰਸਸ ਉਸ ਤੋਂ ਬਾਅਦ ਫॉर ਫੀਚਰ ਆਫ ਐਡਵਾਂਸ ਰਿਸੀਵਡ ਆਪਾਂ ਇਹ ਕਰਦੇ ਹੁੰਦੇ ਸੀ ਨਾ ਕੀ ਹੁੰਦਾ ਹੈ ਫॉर ਫੀਚਰ ਆਫ ਐਡਵਾਂਸ ਰਿਸੀਵਡ ਮਤਲਬ ਆਪਾਂ ਕਿਸੇ ਨਾਲ ਕੋਈ ਡੀਲ ਕਰ ਰਹੇ ਸੀਗੇ ਅਗਲੇ ਨੇ ਸਾਨੂੰ ਮੁਆਇਨਾ ਦੇ ਬਿਆਨਾ ਦੇਤਾ ਸੀ ਬਿਆਨਾ ਮਤਲਬ ਐਡਵਾਂਸ ਮਨੀ ਦੇਤੀ ਸੀਗੀ ਲੇਕਿਨ ਉਹ ਮੁੱਕਰ ਗਿਆ ਹੀ ਨਾਓ ਹੀ ਡੋਨਟ ਵਾਂਟ ਟੂ ਯੂ نو ਡੀਲ ਵਿਦ ਅਸ ਸੋ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਆਪਾਂ ਉਹਦਾ ਅਮਾਉਂਟ ਆ ਜਿਹੜਾ ਵਾਪਸ ਨਹੀਂ ਕਰਾਂਗੇ ਸੋ ਦੈਟ ਵਿਲ ਕਵਰ ਅੰਡਰ ਅਦਰ ਫੋਰਸਸ ਠੀਕ ਹੈ ਨਾ ਜਿਹੜਾ ਆਪਾਂ ਪੈਸਾ ਉਹਦਾ ਰੱਖ ਲਿਆ ਉਸ ਤੋਂ ਬਾਅਦ ਐਨੀ ਕੰਪਨਸੇਸ਼ਨ ਇੰਟਰਸਟ ਔਨ ਐਨੀ ਕੰਪਨਸੇਸ਼ਨ ਇੰਟਰਸਟ ਔਨ ਐਨੀ ਕੰਪਨਸੇਸ਼ਨ ਜਿੱਦਾਂ ਫॉर ਐਗਜ਼ਾਮਪਲ ਗਵਰਨਮੈਂਟ ਸਾਨੂੰ ਕੋਈ ਕੰਪਨਸੇਸ਼ਨ ਦੇ ਰਹੀ ਹੈ ਜਾਂ ਕੋਈ ਹੋਰ ਆਰਗੇਨਾਈਜੇਸ਼ਨ ਸਾਨੂੰ ਕੋਈ ਕੰਪਨਸੇਸ਼ਨ ਦੇ ਰਹੀ ਹੈ ਕੰਪਨਸੇਸ਼ਨ ਤਾਂ ਚਲੋ ਮਾਫ ਹੋ ਜਾਂਦਾ ਲੇਕਿਨ ਅਗਰ ਉੱਤੇ ਵਿਆਜ ਮਿਲ ਰਿਹਾ ਵਾ ਕਿਉਂਕਿ ਲੇਟ ਸਮ ਟਾਈਮ ਕੰਪਨਸੇਸ਼ਨ ਲੇਟ ਹੋ ਜਾਂਦਾ ਤਾਂ ਵਿਦ ਵਿਆਜ ਹੁੰਦਾ ਤਾਂ ਵਿਆਜ ਤੁਹਾਡਾ ਅਦਰ ਸੋਰਸਿਸ ਚ ਇਨਕਮ ਫਰਮ ਲੈਟ ਆਊਟ ਇਨਕਮ ਫਰਮ ਪਲਾਂਟ ਐਂਡ ਮਸ਼ੀਨਰੀ ਵਿਦ ਬਿਲਡਿੰਗ ਇਨਕਮ ਜਾਂ ਰੈਂਟ ਆਫ ਫਰਮ plant and machinery with building ਦੇਖੋ ਅਗਰ ਤਾਂ ਤੁਸੀਂ ਦੋਨਾਂ ਦਾ ਰੈਂਟ ਸੈਪਰੇਟ ਕਰ ਸਕਦੇ ਹੋ ਤਾਂ ਬਿਲਡਿੰਗ ਵਾਲਾ ਪਊਗਾ ਹਾਊਸ ਪ੍ਰਾਪਰਟੀ ਚ ਜਿਹੜਾ ਤੁਹਾਨੂੰ ਪਲਾਂਟ ਐਂਡ ਮਸ਼ੀਨਰੀ ਤੇ ਫਰਨੀਚਰ ਦਾ ਪੈ ਰਿਹਾ ਵਾ ਉਹ ਪਊਗਾ ਅਦਰ ਸੋਰਸਸ ਦੇ ਵਿੱਚ ਠੀਕ ਹੈ ਨਾ ਰਾਜੇ ਕਲੀਅਰ ਤੇ ਜੇ ਸੈਪ ਨਹੀਂ ਕਰ ਸਕਦੇ then it will be taxable ਕਹਿੰਦਾ if the rent from the house property is taxable under the head income from house property then assessee let out the plant and machinery and the rent of the buildings or received will be taxable under that income from other sources if it is not the processes देखो अगर ਜੇ ਅਗਰ ਸੈਪਰੇਟ ਨਹੀਂ ਕਰ ਸਕਦੇ ਤਾਂ ਵੀ ਇਨਕਮ ਫਰਮ ਅਦਰ ਸੋਰਸਸ ਅਗਰ ਤਾਂ ਸੈਪਰੇਟ ਕਰ ਸਕਦੇ ਹੋ ਤਾਂ ਫਿਰ ਇਨਕਮ ਫਰਮ ਅਦਰ ਸੋਰਸਸ ਚ ਮਸ਼ੀਨ ਦਾ ਰੈਂਟ ਤੇ ਫਰਨੀਚਰ ਦਾ ਰੈਂਟ ਇਨਕਮ ਫਰਮ ਅਦਰ ਸੋਰਸਸ ਘਰ ਦਾ ਰੈਂਟ ਹਾਊਸ ਪ੍ਰਾਪਰਟੀ ਚ ਲੇਕਿਨ ਅਗਰ ਇਨਸੈਪਰੇਬਲ ਆ ਤਾਂ ਸਾਰਾ ਅਦਰ ਸੋਰਸਸ ਸੋ these are the specific income thank you so much